5000 ਰੁਪਏ ਨਾਲ ਇੱਕ ਬਿਜ਼ਨਸ ਖੜਾ ਕੀਤਾ ਜਾ ਸਕਦਾ ਹੈ? ਅੱਜ ਆਪਾਂ ਇਸੇ ਸਵਾਲ ਦੀ ਤਹਿ ਤੱਕ ਜਾਵਾਂਗੇ। ਆਪਾਂ ਖਾਸ ਤੌਰ ਤੇ ਫੋਰਐਵਰ ਲਿਵਿੰਗ ਪ੍ਰੋਡਕਟਸ ਦੇ ਮਾਡਲ ਨੂੰ ਸਮਝਾਂਗੇ ਅਤੇ ਦੇਖਾਂਗੇ ਕਿ ਇਸ ਦਾਅਵੇ ਦੇ ਪਿੱਛੇ ਦੀ ਅਸਲੀਅਤ ਕੀ ਹੈ। ਆਪਣੀ ਪੂਰੀ ਗੱਲਬਾਤ ਨਾ ਇਸ ਇੱਕ ਰਕਮ ਦੇ ਆਲੇ-ਦੁਆਲੇ ਹੀ ਘੁੰਮੇਗੀ, 5000 ਰੁਪਏ। ਹੁਣ ਕਈਆਂ ਲਈ ਤਾਂ ਇਹ ਇੱਕ ਛੋਟੀ-ਮੋਟੀ ਸ਼ਾਪਿੰਗ ਦਾ ਖਰਚਾ ਹੈ, ਪਰ ਕੀ ਇਹ ਇੱਕ ਕਾਰੋਬਾਰ ਦੀ ਨੀਂਹ ਵੀ ਹੋ ਸਕਦਾ ਹੈ? ਚਲੋ ਪਤਾ ਕਰਦੇ ਹਾਂ। ਤਾਂ ਫਿਰ ਇੱਥੇ ਇੱਕ ਚੋਣ ਕਰਨੀ ਪੈਂਦੀ ਹੈ। ਇੱਕ ਦੋ ਰਾਹ ਸਾਹਮਣੇ ਆਉਂਦਾ ਹੈ। ਕੀ ਇਹ 5000 ਰੁਪਏ ਖਰਚ ਦਿੱਤੇ ਜਾਣ ਜਾਂ ਫਿਰ ਇਹਨਾਂ ਨੂੰ ਕਿਤੇ ਲਗਾ ਕੇ ਯਾਨੀ ਨਿਵੇਸ਼ ਕਰਕੇ ਕੁਝ ਅਜਿਹਾ ਬਣਾਇਆ ਜਾਵੇ ਜੋ ਅੱਗੇ ਜਾ ਕੇ ਹੋਰ ਪੈਸਾ ਬਣਾ ਕੇ ਦੇਵੇ। ਦੇਖੋ, ਇਸ ਸਲਾਈਡ ਤੇ ਦੋਵੇਂ ਰਸਤੇ ਬਿਲਕੁਲ ਸਾਫ਼-ਸਾਫ਼ ਦਿਸ ਰਹੇ ਨੇ। ਇੱਕ ਪਾਸੇ ਹੈ ਖਪਤ, ਸ਼ਾਪਿੰਗ, ਖਾਣਾ-ਪੀਣਾ, ਜਿੱਥੇ ਪੈਸਾ ਗਿਆ ਤੇ ਗੱਲ ਖਤਮ। ਦੂਜੇ ਪਾਸੇ ਉਸੇ ਪੈਸੇ ਨਾਲ ਇੱਕ ਸੰਪत्ति ਬਣਾਈ ਜਾ ਰਹੀ ਹੈ, ਜਿਵੇਂ ਕੋਈ ਆਨਲਾਈਨ ਬਿਜ਼ਨਸ ਜਾਂ ਕੋਈ ਨਵਾਂ ਹੁਨਰ ਸਿੱਖਣਾ ਜੋ ਸਮੇਂ ਦੇ ਨਾਲ ਵੱਧ ਸਕਦਾ ਹੈ। ਸਾਰੀ ਗੱਲ ਸੋਚ ਦੇ ਫਰਕ ਦੀ ਹੀ ਹੈ। ਠੀਕ ਹੈ, ਤਾਂ ਆਪਾਂ ਇਸ ਪੂਰੇ ਮਾਮਲੇ ਨੂੰ ਕਿਵੇਂ ਸਮਝਾਂਗੇ? ਦੇਖੋ, ਪਹਿਲਾਂ ਆਪਾਂ 5000 ਰੁਪਏ ਦੀ ਚੋਣ ਨੂੰ ਸਮਝਾਂਗੇ, ਫਿਰ ਆਨਲਾਈਨ ਬਿਜ਼ਨਸ ਦੇ ਵਾਅਦਿਆਂ ਤੇ ਡਰਾਂ ਤੇ ਗੱਲ ਕਰਾਂਗੇ। ਉਸ ਤੋਂ ਬਾਅਦ ਸਬੂਤ ਤੇ ਕੰਪਨੀ ਦੀ ਪਾਲਿਸੀ ਤੇ ਨਜ਼ਰ ਮਾਰਾਂਗੇ, ਫਿਰ ਦੇਖਾਂਗੇ ਕਿ ਅਸਲ 'ਚ ਕੰਮ ਕੀ ਕਰਨਾ ਹੁੰਦਾ ਹੈ ਤੇ ਅਖੀਰ 'ਚ ਸ਼ੁਰੂ ਕਰਨ ਲਈ ਇੱਕ ਸਿੱਧਾ-ਸਾਦਾ ਰੋਡ ਮੈਪ ਦੇਖਾਂਗੇ। ਚਲੋ ਜੀ, ਸ਼ੁਰੂ ਕਰਦੇ ਹਾਂ ਪਹਿਲੇ ਹਿੱਸੇ ਨਾਲ। ਹੁਣ ਆਪਾਂ ਸਿਰਫ ਤੇ ਸਿਰਫ ਫੋਰਐਵਰ ਲਿਵਿੰਗ ਪ੍ਰੋਡਕਟਸ ਦੇ ਮੌਕੇ ਤੇ ਹੀ ਫੋਕਸ ਕਰਾਂਗੇ ਅਤੇ ਸਮਝਾਂਗੇ ਕਿ ਇਹ 5000 ਰੁਪਏ ਵਾਲੀ ਚੋਣ ਹੈ ਕੀ ਚੀਜ਼। ਦੂਜਾ ਹਿੱਸਾ, ਵਾਅਦੇ ਅਤੇ ਹਕੀਕਤ। ਦੇਖੋ, ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਨ ਬਾਰੇ ਸੋਚਦਾ ਹੈ ਨਾ, ਤਾਂ ਦਿਲ 'ਚ ਇੱਕ ਪਾਸੇ ਤਾਂ ਉਮੀਦ ਹੁੰਦੀ ਹੈ ਤੇ ਦੂਜੇ ਪਾਸੇ ਡਰ। ਆਓ ਇਸ ਮਾਡਲ ਦੇ ਦੋਵਾਂ ਪਾਸਿਆਂ ਨੂੰ ਚੰਗੀ ਤਰ੍ਹਾਂ ਪਰਖੀਏ। ਜੇ ਇਸ ਮਾਡਲ ਦੇ ਵਾਅਦਿਆਂ ਤੇ ਧਿਆਨ ਦਈਏ ਤਾਂ ਇਹ ਸਿਰਫ ਪੈਸੇ ਦੀ ਗੱਲ ਨਹੀਂ ਕਰਦਾ। ਇੱਥੇ ਨਿੱਜੀ ਵਿਕਾਸ, ਨਵੇਂ ਹੁਨਰ ਸਿੱਖਣ, ਟੀਮ ਬਣਾਉਣ ਅਤੇ ਆਤਮ-ਵਿਸ਼ਵਾਸ ਵਧਾਉਣ ਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਮਤਲਬ ਇਸ ਨੂੰ ਇੱਕ ਪੂਰੇ ਪੈਕੇਜ ਵਾਂਗ ਪੇਸ਼ ਕੀਤਾ ਜਾਂਦਾ ਹੈ। ਪਰ ਫਿਰ ਦਿਮਾਗ ਵਿੱਚ ਇਹ ਸਾਰੇ ਸਵਾਲ ਵੀ ਤਾਂ ਆਉਂਦੇ ਨੇ, ਹੈ ਨਾ? ਕਿ ਪੈਸਾ ਕਿੰਨਾ ਲੱਗੇਗਾ? ਜੇ ਕੰਮ ਨਾ ਚੱਲਿਆ ਤਾਂ ਕੀ ਹੋਵੇਗਾ? ਕਿ ਨੌਕਰੀ ਛੱਡਣੀ ਪੈਣੀ ਹੈ? ਇਹੀ ਉਹ ਡਰ ਨੇ ਜਿਹੜੇ ਸਾਨੂੰ ਅਕਸਰ ਕੋਈ ਵੀ ਨਵਾਂ ਕਦਮ ਚੁੱਕਣ ਤੋਂ ਰੋਕ ਦਿੰਦੇ ਨੇ। ਤਾਂ ਚਲੋ ਦੇਖੀਏ ਕਿ ਇਹ ਮਾਡਲ ਇਹਨਾਂ ਸਵਾਲਾਂ ਦੇ ਕੀ ਜਵਾਬ ਦਿੰਦਾ ਹੈ। ਨਿਵੇਸ਼ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ 5000 ਰੁਪਏ ਉਤਪਾਦਨ ਲਈ ਹਨ, ਇਸ ਲਈ ਬਿਜ਼ਨਸ ਦੀ ਲਾਗਤ 0 ਹੈ। ਜੋਖਿਮ ਨੂੰ ਘੱਟ ਕਰਨ ਲਈ ਇੱਕ ਰੀਫੰਡ ਪਾਲਿਸੀ ਹੈ ਤੇ ਸਮੇਂ ਦੀ ਪੂਰੀ ਆਜ਼ਾਦੀ, ਯਾਨੀ ਆਪਣੀ ਨੌਕਰੀ ਜਾਂ ਪੜ੍ਹਾਈ ਦੇ ਨਾਲ-ਨਾਲ ਵੀ ਇਹ ਕੰਮ ਕੀਤਾ ਜਾ ਸਕਦਾ ਹੈ। ਇਹ ਇਸ ਮਾਡਲ ਦੇ ਮੁੱਖ ਦਾਅਵੇ ਹਨ। ਹੁਣ ਆਉਂਦੇ ਹਾਂ ਸਭ ਤੋਂ ਵੱਡੇ ਸਵਾਲ ਤੇ, ਉਹ ਸਵਾਲ ਜਿਸ ਤੇ ਸਭ ਤੋਂ ਵੱਧ ਬਹਿਸ ਹੁੰਦੀ ਹੈ। ਕੀ ਇਸ ਕੰਮ ਤੋਂ ਸੱਚਮੁੱਚ ਪੈਸਾ ਕਮਾਇਆ ਵੀ ਜਾ ਸਕਦਾ ਹੈ? ਆਓ ਸਬੂਤਾਂ ਦੀ ਗੱਲ ਕਰੀਏ। ਇਹੀ ਉਹ ਸਵਾਲ ਹੈ ਜਿਹੜਾ ਹਰ ਕਿਸੇ ਦੇ ਮਨ 'ਚ ਹੁੰਦਾ ਹੈ, ਭਾਵੇਂ ਉਹ ਇਸ ਬਾਰੇ ਸੋਚ ਰਿਹਾ ਹੋਵੇ ਜਾਂ ਇਸ ਤੇ ਸ਼ੱਕ ਕਰ ਰਿਹਾ ਹੋਵੇ। ਕੀ ਸਿਰਫ 5000 ਰੁਪਏ ਲਗਾ ਕੇ ਇੱਕ ਲਗਾਤਾਰ ਆਮਦਨ ਦਾ ਜ਼ਰੀਆ ਬਣ ਸਕਦਾ ਹੈ? ਇਸ ਮਾਡਲ ਬਾਰੇ ਸਭ ਤੋਂ ਆਮ ਗੱਲ ਇਹੀ ਸੁਣਨ ਨੂੰ ਮਿਲਦੀ ਹੈ ਕਿ 5000 ਨਾਲ ਸ਼ੁਰੂ ਕਰਨ ਦਾ ਮਤਲਬ ਹੈ ਕਿ ਕੋਈ ਕਮਾਈ ਨਹੀਂ ਹੋਣੀ। ਬਹੁਤ ਲੋਕ ਮੰਨਦੇ ਨੇ ਕਿ ਇਹ ਰਕਮ ਅਸਲ ਕਮਾਈ ਕਰਨ ਲਈ ਬਹੁਤ ਘੱਟ ਹੈ। ਪਰ ਕੀ ਇਹ ਸੱਚ ਹੈ? ਤਾਂ ਫਿਰ ਇਸ ਸਵਾਲ ਦਾ ਸਹੀ ਜਵਾਬ ਕਿੱਥੇ ਮਿਲੇਗਾ? ਕਿਸੇ ਦੀ ਕਹੀ ਸੁਣੀ ਗੱਲ 'ਚ ਨਹੀਂ, ਬਲਕਿ ਸਿੱਧਾ ਕੰਪਨੀ ਦੀ ਆਪਣੀ ਅਫੀਸ਼ੀਅਲ ਪਾਲਿਸੀ ਵਿੱਚ। ਚਲੋ ਦੇਖਦੇ ਹਾਂ ਕਿ ਕਾਗਜ਼ ਕੀ ਕਹਿੰਦੇ ਨੇ। ਇਸ ਤੋਂ ਪਹਿਲਾਂ ਕਿ ਆਪਾਂ ਪਾਲਿਸੀ ਪੜ੍ਹੀਏ, ਇੱਕ ਸ਼ਬਦ ਸਮਝਣਾ ਬਹੁਤ ਜ਼ਰੂਰੀ ਹੈ, ਪ੍ਰੈਫਰਡ ਕਸਟਮਰ। ਇਸ ਦਾ ਸਿੱਧਾ-ਸਾਦਾ ਮਤਲਬ ਹੈ ਕੋਈ ਵੀ ਨਵਾਂ ਬੰਦਾ ਜੋ ਹੁਣੇ-ਹੁਣੇ ਇਸ ਕਾਰੋਬਾਰ ਨਾਲ ਜੁੜਿਆ ਹੈ, ਇੱਕ ਸ਼ੁਰੂਆਤੀ। ਇਹ ਸਮਝਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਪਾਲਿਸੀ ਇਸੇ ਬਾਰੇ ਗੱਲ ਕਰਦੀ ਹੈ। ਤੇ ਲੈ ਆਓ ਜੀ, ਜਵਾਬ ਤੁਹਾਡੇ ਸਾਹਮਣੇ ਹੈ, ਸਿੱਧਾ ਕੰਪਨੀ ਦੀ ਪਾਲਿਸੀ ਵਿੱਚੋਂ। ਇਹ ਸਾਫ਼-ਸਾਫ਼ ਲਿਖਿਆ ਹੈ ਕਿ 5000 ਰੁਪਏ ਦੀ ਖਰੀਦ ਤੋਂ ਬਾਅਦ ਇੱਕ ਪ੍ਰੈਫਰਡ ਕਸਟਮਰ, ਯਾਨੀ ਕਿ ਇੱਕ ਨਵਾਂ ਬੰਦਾ, ਦੂਜੇ ਲੋਕਾਂ ਨੂੰ ਸਪਾਂਸਰ ਕਰ ਸਕਦਾ ਹੈ। ਅਤੇ ਸਪਾਂਸਰ ਕਰਨ ਦਾ ਮਤਲਬ ਹੈ ਆਪਣੀ ਟੀਮ ਬਣਾਉਣਾ ਸ਼ੁਰੂ ਕਰਨਾ। ਤਾਂ ਫਿਰ ਇਸ ਦਾ ਕੀ ਮਤਲਬ ਨਿਕਲਿਆ? ਬਹੁਤ ਸੌਖਾ। ਜੇ ਪਾਲਿਸੀ ਤੁਹਾਨੂੰ ਟੀਮ ਬਣਾਉਣ ਤੇ ਪ੍ਰੋਡਕਟ ਵੇਚਣ ਦੀ ਇਜਾਜ਼ਤ ਦਿੰਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਉਹ ਕੰਮ ਕਰ ਸਕਦੇ ਹੋ ਜਿਨ੍ਹਾਂ ਨਾਲ ਪੈਸਾ ਆਉਂਦਾ ਹੈ। ਸੋ ਕੰਪਨੀ ਦੀ ਆਪਣੀ ਪਾਲਿਸੀ ਦੇ ਹਿਸਾਬ ਨਾਲ ਕੋਈ ਕਮਾਈ ਨਹੀਂ ਵਾਲੀ ਗੱਲ ਸਹੀ ਨਹੀਂ ਬੈਠਦੀ। ਠੀਕ ਹੈ, ਤਾਂ ਆਪਾਂ ਇਹ ਤਾਂ ਸਮਝ ਲਿਆ ਕਿ ਇਹ ਸੰਭਵ ਹੈ, ਪਰ ਸਵਾਲ ਇਹ ਹੈ ਕਿ ਅਸਲ ਵਿੱਚ ਕੰਮ ਕੀ ਕਰਨਾ ਪੈਂਦਾ ਹੈ। ਆਓ ਹੁਣ ਇਸ ਬਿਜ਼ਨਸ ਦੇ ਰੋਜ਼ਾਨਾ ਦੇ ਕੰਮਾਂ ਨੂੰ ਸਮਝੀਏ। ਇਸ ਪੂਰੇ ਢਾਂਚੇ ਨੂੰ ਸਮਝਣ ਲਈ ਇੱਕ ਬਹੁਤ ਹੀ ਸੌਖੀ ਉਦਾਹਰਣ ਹੈ। ਸੋਚੋ ਕਿ ਤੁਸੀਂ ਅਮੂਲ ਦੇ ਪ੍ਰੋਡਕਟ ਵੇਚ ਰਹੇ ਹੋ ਤੇ ਜਦੋਂ ਤੁਸੀਂ ਕਿਸੇ ਹੋਰ ਦੀ ਮਦਦ ਕਰਦੇ ਹੋ ਇੱਕ ਨਵਾਂ ਅਮੂਲ ਪਾਰਲਰ ਖੋਲ੍ਹਣ 'ਚ, ਤਾਂ ਤੁਹਾਨੂੰ ਉਹਨਾਂ ਦੀ ਵਿਕਰੀ 'ਚੋਂ ਵੀ ਕੁਝ ਹਿੱਸਾ ਮਿਲਦਾ ਹੈ। ਬਸ ਕੁਝ ਐਸੇ ਤਰ੍ਹਾਂ ਦਾ ਕੰਮ ਹੈ।
ਤਾਂ ਕੰਮ ਨੂੰ ਮੋٹے ਤੌਰ ਤੇ 3 ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ। ਪਹਿਲਾ, ਮਾਰਕੀਟਿੰਗ, ਤਾਂ ਕਿ ਲੋਕ ਤੁਹਾਡੇ ਬਾਰੇ ਜਾਣਨ। ਦੂਜਾ, ਜਿਹੜੇ ਲੋਕ ਤੁਹਾਡੇ ਨਾਲ ਜੁੜਦੇ ਨੇ ਉਹਨਾਂ ਦੀ ਮਦਦ ਕਰਨਾ ਤੇ ਉਹਨਾਂ ਨੂੰ ਸਿਖਾਉਣਾ। ਅਤੇ ਤੀਜਾ, ਜੋ ਸ਼ਾਇਦ ਸਭ ਤੋਂ ਜ਼ਰੂਰੀ ਹੈ, ਉਹ ਹੈ ਖੁਦ ਨੂੰ ਬਿਹਤਰ ਬਣਾਉਂਦੇ ਰਹਿਣਾ। ਇਹ ਤਿੰਨੇ ਚੀਜ਼ਾਂ ਮਿਲ ਕੇ ਹੀ ਬਿਜ਼ਨਸ ਨੂੰ ਅੱਗੇ ਵਧਾਉਂਦੀਆਂ ਹਨ। ਤੇ ਹੁਣ ਆਖਰੀ ਹਿੱਸੇ 'ਚ ਆਪਾਂ ਦੇਖਾਂਗੇ ਕਿ ਜੇ ਕੋਈ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਇੱਕ ਸਾਫ਼ ਸਟੈਪ ਬਾਈ ਸਟੈਪ ਰਸਤਾ ਕੀ ਹੈ। ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਇਹਨਾਂ 4 ਸਧਾਰਨ ਕਦਮਾਂ ਵਿੱਚ ਦੱਸਿਆ ਗਿਆ ਹੈ। ਪਹਿਲਾਂ, ਮੁਫਤ ਵਿੱਚ ਰਜਿਸਟਰ ਕਰੋ। ਫਿਰ 5000 ਰੁਪਏ ਦੇ ਟ੍ਰਾਇਲ ਪ੍ਰੋਡਕਟਸ ਖਰੀਦੋ। ਉਸ ਤੋਂ ਬਾਅਦ ਲਗਭਗ 1 ਹਫ਼ਤਾ ਸਿਸਟਮ ਨੂੰ ਸਿੱਖੋ ਅਤੇ ਫਿਰ 8ਵੇਂ ਦਿਨ ਤੋਂ ਆਪਣਾ ਆਨਲਾਈਨ ਬ੍ਰਾਂਡ ਬਣਾਉਣਾ ਸ਼ੁਰੂ ਕਰੋ। ਕਮਾਈ ਦੇ 2 ਮੁੱਖ ਜ਼ਰੀਏ ਹਨ, ਇੱਕ ਤਾਂ ਤੁਹਾਡੀ ਆਪਣੀ ਪ੍ਰੋਡਕਟਸ ਦੀ ਵਿਕਰੀ ਤੇ ਦੂਜਾ ਤੁਹਾਡੀ ਟੀਮ ਦੀ ਵਿਕਰੀ ਤੋਂ ਆਉਣ ਵਾਲਾ ਕਮਿਸ਼ਨ। ਸਿਆਣਪ ਇਸੇ 'ਚ ਹੈ ਕਿ ਸ਼ੁਰੂਆਤੀ ਕਮਾਈ ਨੂੰ ਵਾਪਸ ਆਪਣੇ ਕੰਮ 'ਚ ਹੀ ਲਗਾਇਆ ਜਾਵੇ, ਭਾਵੇਂ ਉਹ ਸਿੱਖਣ ਤੇ ਹੋਵੇ ਜਾਂ ਮਾਰਕੀਟਿੰਗ ਤੇ, ਤਾਂ ਕਿ ਕੰਮ ਹੋਰ ਤੇਜ਼ੀ ਨਾਲ ਵੱਧ ਸਕੇ। ਆਖਿਰ 'ਚ ਸਾਰੀ ਗੱਲ ਘੁੰਮ ਫਿਰ ਕੇ ਇੱਕੋ ਹੀ ਨੁਕਤੇ ਤੇ ਆਉਂਦੀ ਹੈ। ਇਸ ਪੂਰੇ ਕਾਰੋਬਾਰ ਦਾ ਅਸਲ ਮਕਸਦ ਕੰਪਨੀ ਦੇ ਪ੍ਰੋਡਕਟਸ ਨੂੰ ਵੇਚਣਾ ਹੈ। ਸਾਰੀ ਟ੍ਰੇਨਿੰਗ, ਟੀਮ ਬਣਾਉਣਾ ਤੇ ਸਾਰੀਆਂ ਰਣਨੀਤੀਆਂ ਸਭ ਕੁਝ ਇਸੇ ਇੱਕ ਟੀਚੇ ਨੂੰ ਪੂਰਾ ਕਰਨ ਲਈ ਹੀ ਬਣਾਈਆਂ ਗਈਆਂ ਹਨ। ਤੇ ਆਪਾਂ ਇਸ ਗੱਲਬਾਤ ਨੂੰ ਇੱਕ ਸੋਚਣ ਵਾਲੇ ਸਵਾਲ ਨਾਲ ਖਤਮ ਕਰਦੇ ਹਾਂ। ਜੇ ਕਿਸੇ ਕੋਲ 5000 ਰੁਪਏ ਹੋਣ ਤਾਂ ਉਸ ਨਾਲ ਕਿਹੋ ਜਿਹੀ ਸੰਪਤੀ ਬਣਾਈ ਜਾ ਸਕਦੀ ਹੈ? ਇਹ ਸਵਾਲ ਸਾਨੂੰ ਵਾਪਸ ਉੱਥੇ ਹੀ ਲੈ ਜਾਂਦਾ ਹੈ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ, ਪਰ ਸ਼ਾਇਦ ਹੁਣ ਇੱਕ ਨਵੀਂ ਸਮਝ ਦੇ ਨਾਲ।